मेरी पत्नी बहुत खूबसूरत सी, पर ਵਿਆਹ ਦੀ ਪਹਿਲੀ ਰਾਤ ਹੀ ਉਸਨੇ ਸ਼ਰਤ ਰੱਖ ਦਿੱਤੀ ਕਿ ਰਾਤ ਨੂੰ ਉਸਦਾ ਚਿਹਰਾ ਨਹੀਂ ਵੇਖਣਾ, ਵਰਨਾ ਤਲਾਕ ਲੈ ਲਵਾਂਗੀ। ਵਿਆਹ ਦੇ 15 ਦਿਨ ਤੱਕ ਮੈਂ ਧੀਰਜ ਕੀਤਾ। ਫਿਰ ਇੱਕ ਰਾਤ ਗਲਤੀ ਨਾਲ ਲਾਈਟ ਔਨ ਹੋ ਗਈ। ਪਤਨੀ ਉੱਤੇ ਨਜ਼ਰ ਪਈ ਤਾਂ ਮੇਰੀ ਚੀਕ ਨਿਕਲ ਗਈ, ਕਿਉਂਕਿ ਉੱਥੇ ਤਾਂ ਅਮਨ ਸਭ ਤੋਂ ਹਸੀਨ ਕੁੜੀਆਂ ਵਿੱਚੋਂ ਇੱਕ ਸੀ। ਮੈਂ ਜਦੋਂ ਉਸ ਨੂੰ ਪਹਿਲੀ ਵਾਰ ਦੇਖਿਆ ਤਾਂ ਉਸ ਤੇ ਆਪਣਾ ਦਿਲ ਹਾਰ ਬੈਠਾ। ਜਲਦ ਹੀ ਮੈਂ ਉਸ ਦੇ ਰਿਸ਼ਤੇ ਲਈ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ। ਅਮਨ ਦੇ ਮਾਪੇ ਨੇ ਜ਼ਿਆਦਾ ਦੇਰ ਨਹੀਂ ਲਗਾਈ ਅਤੇ ਹਾਂ ਕਰ ਦਿੱਤੀ, ਪਰ ਅਮਨ ਦੀਆਂ ਕੁਝ ਸ਼ਰਤਾਂ ਸਨ ਜੋ ਮੈਨੂੰ ਬਾਅਦ ਵਿੱਚ ਪਤਾ ਲੱਗੀਆਂ। ਪਹਿਲੀ ਸ਼ਰਤ ਤਾਂ ਇਹ ਸੀ ਕਿ ਵਿਆਹ ਦਾ ਫੰਕਸ਼ਨ ਸਵੇਰੇ 8 ਵਜੇ ਹੋਵੇਗਾ। ਬਾਕੀ ਸ਼ਰਤ ਦੇ ਬਾਰੇ ਵਿੱਚ ਮੈਂ ਨਹੀਂ ਜਾਣਨਾ ਚਾਹੁੰਦਾ ਸੀ, ਪਰ ਉਸਨੇ ਇਹ ਗੱਲ ਕਹੀ ਕਿ ਵਿਆਹ ਤੋਂ ਪਹਿਲਾਂ ਉਹਨਾਂ ਸ਼ਰਤਾਂ ਨੂੰ ਜਾਣਨਾ ਬਹੁਤ ਜ਼ਰੂਰੀ ਹੈ। ਪਰ ਮੈਂ ਤਾਂ ਅਮਨ ਦੇ ਇਸ਼ਕ ਵਿੱਚ ਇਸ ਕਦਰ ਪਾਗਲ ਸੀ ਕਿ ਮੈਂ ਉਸਦੀ ਕਿਸੇ ਵੀ ਸ਼ਰਤ ਨੂੰ ਇੰਨਾ ਸੀਰੀਅਸਲੀ ਨਹੀਂ ਲਿਆ। ਮੇਰਾ ਵਿਆਹ ਉਸ ਕੁੜੀ ਨਾਲ ਹੋ ਰਿਹਾ ਸੀ ਜਿਸ ਨਾਲ ਮੈਂ ਪਿਆਰ ਕਰਦਾ ਸੀ, ਅਤੇ ਮੈਂ ਜਾਣਦਾ ਸੀ ਕਿ ਮੈਂ ਅਮਨ ਨਾਲ ਵਿਆਹ ਕਰਕੇ ਕਦੇ ਨਹੀਂ ਪਛਤਾਵਾਂਗਾ। 14 ਫਰਵਰੀ ਦੇ ਪਹਿਲੇ ਸੰਡੇ ਨੂੰ ਮੇਰਾ ਵਿਆਹ ਅਮਨ ਨਾਲ ਤੈਅ ਹੋ ਗਿਆ। ਅਮਨ ਨੂੰ ਪਾਉਣ ਦਾ ਨਸ਼ਾ ਹੀ ਵੱਖਰਾ ਸੀ। ਮੈਂ ਆਉਣ ਵਾਲੇ ਦਿਨਾਂ ਦਾ ਸੋਚ ਕੇ ਫੁੱਲਿਆ ਨਹੀਂ ਸਮਾ ਰਿਹਾ ਸੀ। ਵਿਆਹ ਹੋਣ ਤੋਂ ਬਾਅਦ ਰਾਤ ਦੇ 3 ਵਜੇ ਅਮਨ ਵਿਦਾ ਹੋ ਕੇ ਮੇਰੇ ਘਰ ਆ ਗਈ। ਉਹਨੂੰ ਦੇਖਣ ਲਈ ਮੇਰਾ ਦਿਲ ਤੜਫ ਰਿਹਾ ਸੀ। ਮੈਂ ਮੂੰਹ ਵਿਖਾਈ ਵਿੱਚ ਉਸ ਨੂੰ ਕੀਮਤੀ ਤੋਹਫਾ ਦਿੱਤਾ। ਉਸ ਦਾ ਧੰਨਵਾਦ ਅਦਾ ਕਰ ਹੀ ਰਿਹਾ ਸੀ ਕਿ ਉਹ ਬੋਲੀ, ਪਹਿਲਾਂ ਮੇਰੀ ਸ਼ਰਤ ਸੁਣ ਲੈ। ਜੇਕਰ ਤੁਹਾਨੂੰ ਮਨਜ਼ੂਰ ਹੈ ਤਾਂ ਠੀਕ ਹੈ, ਜੇਕਰ ਤੁਹਾਨੂੰ ਮਨਜ਼ੂਰ ਨਹੀਂ ਤਾਂ ਹੁਣੇ ਇਸੇ ਵਕਤ ਮੈਨੂੰ ਤਲਾਕ ਦੇ ਦਿਓ। ਅਮਨ ਦੇ ਮੂੰਹੋਂ ਵਿਆਹ ਦੀ ਪਹਿਲੀ ਰਾਤ ਨੂੰ ਹੀ ਤਲਾਕ ਦਾ ਸ਼ਬਦ ਸੁਣ ਕੇ ਮੇਰੇ ਦਿਲ ਨੂੰ ਕੁਝ ਹੋਣ ਲੱਗਾ। ਮੈਂ ਦਿਲ ਹੀ ਦਿਲ ਵਿੱਚ ਸੋਚਿਆ, ਔਰਤ ਹੋ ਕੇ ਤਲਾਕ ਦੀ ਗੱਲ ਕਿਵੇਂ ਕਰ ਸਕਦੀ ਹੈ। ਤਦ ਅਮਨ ਨੇ ਗੱਲ ਅੱਗੇ ਵਧਾਈ ਅਤੇ ਕਿਹਾ, ਮੇਰੀ ਸ਼ਰਤ ਬਹੁਤ ਆਸਾਨ ਜਿਹੀ ਹੈ। ਉਹ ਇਹ ਹੈ ਕਿ ਤੁਸੀਂ ਰਾਤ ਨੂੰ ਮੇਰਾ ਚਿਹਰਾ ਕਦੇ ਨਹੀਂ ਦੇਖੋਗੇ, ਚਾਹੇ ਤੁਹਾਡਾ ਜਿੰਨਾ ਵੀ ਦਿਲ ਕਰੇ, ਪਰ ਮੈਂ ਤੈਨੂੰ ਰਾਤ ਨੂੰ ਆਪਣਾ ਚਿਹਰਾ ਨਹੀਂ ਦਿਖਾਵਾਂਗੀ। ਬਾਕੀ ਤੁਹਾਡੀ ਹਰ ਗੱਲ ਮੰਨਾਂਗੀ, ਤੁਸੀਂ ਜੋ ਕਹੋਗੇ ਉਹੋ ਜਿਹਾ ਹੀ ਹੋਵੇਗਾ। ਪਰ ਇੱਕ ਗੱਲ ਮੇਰੀ ਮੰਨੀ ਜਾਵੇਗੀ ਕਿ ਰਾਤ ਨੂੰ ਤੁਸੀਂ ਕਦੇ ਮੇਰਾ ਚਿਹਰਾ ਨਹੀਂ ਦੇਖੋਗੇ, ਨਾ ਹੀ ਰਾਤ ਦੇ ਵਕਤ ਮੈਂ ਕਿਸੇ ਨੂੰ ਮਿਲਾਂਗੀ। ਅੰਧੇਰਾ ਹੁੰਦੇ ਹੀ ਤਕਰੀਬਨ ਰਾਤ ਦੇ 9 ਵਜੇ ਮੈਂ ਕਮਰੇ ਵਿੱਚ ਚਲੀ ਜਾਵਾਂਗੀ। ਤੁਸੀਂ ਚਾਹੋ ਤਾਂ ਉੱਥੇ ਹੀ ਰਹਿ ਸਕਦੇ ਹੋ, ਅਤੇ ਜੇਕਰ ਚਾਹੋ ਤਾਂ ਬਾਹਰ ਘੁੰਮ ਫਿਰ ਸਕਦੇ ਹੋ। ਤੁਹਾਨੂੰ ਇਹ ਰੋਕ ਵੀ ਨਹੀਂ ਹੈ ਕਿ ਤੁਸੀਂ ਮੇਰੇ ਨਾਲ ਰਹੋ। ਅਮਨ ਨੇ ਆਪਣੀ ਗੱਲ ਪੂਰੀ ਕੀਤੀ ਤਾਂ ਮੈਂ ਕਿਹਾ, ਅਮਨ, ਇਹ ਕਿਵੇਂ ਦੀ ਅਜੀਬ ਜਿਹੀ ਸ਼ਰਤ ਹੈ। ਜੇਕਰ ਤੂੰ ਮੈਨੂੰ ਇਸ ਦੀ ਵਜ੍ਹਾ ਦੱਸੇਗੀ ਤਾਂ ਮੈਂ ਤੈਨੂੰ ਕਦੇ ਵੀ ਰਾਤ ਨੂੰ ਤੇਰਾ ਚਿਹਰਾ ਦੇਖਣ ਲਈ ਮਜਬੂਰ ਨਹੀਂ ਕਰਾਂਗਾ। ਪਰ ਅਮਨ, ਬਿਨਾਂ ਕਿਸੇ ਵਜ੍ਹਾ ਦੇ ਮੈਂ ਤੇਰਾ ਚੰਨ ਜਿਹਾ ਮੁਖੜਾ ਰਾਤ ਨੂੰ ਕਿਉਂ ਨਹੀਂ ਵੇਖ ਸਕਦਾ? ਮੈਂ ਰੋਮਾਂਟਿਕ ਅੰਦਾਜ਼ ਵਿੱਚ ਕਿਹਾ। ਮੈਨੂੰ ਲੱਗਾ ਕਿ ਇਹ ਅਮਨ ਦੀਆਂ ਅਦਾਵਾਂ ਹਨ, ਪਰ ਉਹ ਤਾਂ ਸੀਰੀਅਸ ਸੀ। ਬੋਲੀ, ਜੇਕਰ ਤੁਸੀਂ ਰਾਤ ਨੂੰ ਮੇਰਾ ਚਿਹਰਾ ਦੇਖਿਆ ਤਾਂ ਮੈਂ ਉਸੇ ਸਮੇਂ ਤਲਾਕ ਲੈ ਲਵਾਂਗੀ। ਉਸ ਦੀ ਇਸ ਗੱਲ ਨੇ ਮੈਨੂੰ ਹੈਰਾਨ ਕਰ ਦਿੱਤਾ। ਮੇਰੇ ਹੋਸ਼ੋ ਹਵਾਸ ਗਾਇਬ ਹੋ ਗਏ। ਮੈਂ ਕਿਹਾ, ਠੀਕ ਹੈ, ਤੇਰੇ ਜਿਹੀ ਹਸੀਨ ਕੁੜੀ ਮਿਲ ਜਾਣਾ ਹੀ ਮੇਰੇ ਲਈ ਕਿਸਮਤ ਦੀ ਗੱਲ ਹੈ। ਤੂੰ ਕਹੇਗੀ ਰਾਤ ਤਾਂ ਰਾਤ, ਤੂੰ ਕਹੇਗੀ ਦਿਨ ਤਾਂ ਦਿਨ, ਮੈਂ ਕਦੇ ਵੀ ਤੇਰਾ ਚਿਹਰਾ ਨਹੀਂ ਦੇਖਾਂਗਾ। ਹਾਂ, ਇਹ ਜਜ਼ਬਾਤੀ ਕਦਮ ਸੀ, ਅਤੇ ਮੈਨੂੰ ਵਿਆਹ ਦੇ ਪਹਿਲੇ ਹਫ਼ਤੇ ਵਿੱਚ ਹੀ ਅਹਿਸਾਸ ਹੋ ਗਿਆ ਸੀ ਕਿ ਉਸ ਦੀ ਸ਼ਰਤ ਦੀ ਕੀਮਤ ਚੁਕਾਉਣਾ ਕਿੰਨਾ ਮੁਸ਼ਕਿਲ ਹੈ। ਮੈਨੂੰ ਜਦੋਂ ਵੀ ਕਿਤੇ ਬਾਹਰ ਜਾਣਾ ਹੁੰਦਾ, ਰਾਤ ਨੂੰ ਡਿਨਰ ਕਰਨਾ ਹੁੰਦਾ, ਜਾਂ ਦੋਸਤਾਂ ਨੇ ਮੈਨੂੰ ਖਾਣੇ ਤੇ ਬੁਲਾਇਆ ਹੁੰਦਾ, ਅਮਨ ਮੇਰੇ ਨਾਲ ਮੌਜੂਦ ਨਹੀਂ ਹੁੰਦੀ। ਹੌਲੀ ਹੌਲੀ ਇਹ ਗੱਲ ਸਭ ਤੱਕ ਫੈਲਣ ਲੱਗੀ ਕਿ ਰਵੀ ਦੀ ਪਤਨੀ ਰਾਤ ਨੂੰ ਬਾਹਰ ਨਹੀਂ ਨਿਕਲਦੀ। ਕੁਝ ਲੋਕਾਂ ਨੇ ਤਾਂ ਉਸ ਨੂੰ ਅਮਨ ਦੀ ਸ਼ਰਾਫਤ ਸਮਝਿਆ, ਜਦ ਕਿ ਕੁਝ ਨੇ ਅਜੀਬੋ-ਗਰੀਬ ਕਿੱਸੇ ਕਹਿਣੇ ਸ਼ੁਰੂ ਕਰ ਦਿੱਤੇ। ਪਰ ਇਸ ਗੱਲ ਨਾਲ ਮੈਂ ਬਹੁਤ ਤੰਗ ਹੋ ਗਿਆ ਸੀ। ਇੱਕ ਹਫ਼ਤਾ ਲੰਘ ਗਿਆ। ਅਮਨ ਨੇ ਅਜੀਬ ਹਰਕਤਾਂ ਸ਼ੁਰੂ ਕਰ ਦਿੱਤੀਆਂ। ਉਸਨੇ ਸਾਡੇ ਕਮਰੇ ਦਾ ਬਲਬ ਖਰਾਬ ਕਰ ਦਿੱਤਾ, ਉਤਾਰ ਕੇ ਬਾਹਰ ਸੁੱਟ ਦਿੱਤਾ। ਮੈਂ ਕਿਹਾ, ਅਮਨ, ਇਹ ਕੀ ਹਰਕਤ ਹੈ? ਬੋਲੀ, ਅਜਿਹਾ ਇਸ ਲਈ ਕਰ ਰਹੀ ਹਾਂ ਕਿ ਕਿਤੇ ਰਾਤ ਦੇ ਵਕਤ ਗਲਤੀ ਨਾਲ ਤੁਸੀਂ ਲਾਈਟ ਆਨ ਨਾ ਕਰ ਬੈਠੋ ਅਤੇ ਮੇਰਾ ਚਿਹਰਾ ਨਾ ਵੇਖ ਲਓ। ਅਮਨ ਦੀ ਗੱਲ ਸੁਣ ਕੇ ਮੇਰਾ ਤਾਂ ਸ਼ੱਕ ਵੱਧਦਾ ਜਾ ਰਿਹਾ ਸੀ ਕਿ ਅਖੀਰ ਉਸ ਦੇ ਚਿਹਰੇ ਵਿੱਚ ਅਜਿਹਾ ਕੀ ਹੈ ਜੋ ਰਾਤ ਦੇ ਵਕਤ ਨਹੀਂ ਵੇਖ ਸਕਦਾ। ਪਰ ਸਾਡੇ ਦੋਨਾਂ ਵਿੱਚ ਜੋ ਵਾਅਦਾ ਹੋਇਆ ਸੀ
मैं उस उत्ते अटल सी। उस रात मैं देखिया अमन बहुत बेचैन सी। ਉਹ ਵਾਰ-ਵਾਰ ਅੰਦਰ ਬਾਹਰ ਜਾਂਦੀ ਅਤੇ ਕਦੇ ਆਪਣੇ ਮੂੰਹ ਤੇ ਹੱਥ ਰੱਖ ਕੇ ਅਰਦਾਸ ਕਰਦੀ। ਮੈਂ ਸਮਝ ਨਹੀਂ ਪਾ ਰਿਹਾ ਸੀ ਕਿ ਉਸ ਦੀ ਬੇਚੈਨੀ ਦਾ ਕੀ ਕਾਰਨ ਹੈ। ਉਸ ਸਮੇਂ ਮੈਂ ਉਸ ਨੂੰ ਕੁਝ ਨਹੀਂ ਕਿਹਾ, ਪਰ ਮੈਂ ਜਾਣ ਗਿਆ ਸੀ ਕਿ ਅਮਨ ਦੀ ਬੇਤਾਬੀ ਦੀ ਕੋਈ ਵਜ੍ਹਾ ਤਾਂ ਹੈ। ਹਰ ਵਕਤ ਕਿਸੇ ਦਾ ਇੰਤਜ਼ਾਰ ਕਰਦੀ ਰਹਿੰਦੀ ਹੈ। ਉਸ ਦੀ ਨਜ਼ਰ ਫੋਨ ਤੇ ਲੱਗੀ ਰਹਿੰਦੀ ਹੈ ਅਤੇ ਜਿਵੇਂ ਹੀ ਫੋਨ ਆਉਂਦਾ ਹਲਕੀ ਆਵਾਜ਼ ਵਿੱਚ ਗੱਲ ਕਰਨ ਲੱਗਦੀ। ਸਾਡੇ ਦੋਨਾਂ ਵਿੱਚ ਸ਼ੱਕ ਵਰਗੀ ਕੋਈ ਗੱਲ ਨਹੀਂ ਸੀ, ਇਸ ਲਈ ਮੈਂ ਕਦੇ ਉਸ ਦਾ ਫੋਨ ਸੁਣਨ ਦੀ ਕੋਸ਼ਿਸ਼ ਨਹੀਂ ਕੀਤੀ। ਪਰ ਇੱਕ ਦਿਨ ਅਮਨ ਦੇ ਗੱਲ ਕਰਨ ਤੋਂ ਬਾਅਦ ਮੈਂ ਉਸ ਦਾ ਫੋਨ ਚੈੱਕ ਕੀਤਾ ਕਿ ਉਹ ਕਿਸ ਨਾਲ ਫੋਨ ਉੱਤੇ ਗੱਲ ਕਰਦੀ ਹੈ। ਉਹ ਉਸ ਦੇ ਪੇਕਿਆਂ ਵਾਲਿਆਂ ਦਾ ਫੋਨ ਨਹੀਂ ਹੁੰਦਾ ਸੀ, ਸਗੋਂ ਕਿਸੇ ਹੋਰ ਆਦਮੀ ਨਾਲ ਗੱਲ ਕਰਦੀ ਸੀ। ਅਮਨ ਨੇ ਆਖਰੀ ਵਾਰ ਜਦੋਂ ਫੋਨ ਉੱਤੇ ਗੱਲ ਕੀਤੀ ਤਾਂ ਮੈਂ ਇੱਕ ਮਰਦਾਨਾ ਆਵਾਜ਼ ਸੁਣੀ ਸੀ, ਜਿਸ ਨਾਲ ਅੰਦਾਜ਼ਾ ਹੋ ਰਿਹਾ ਸੀ ਕਿ ਅਮਨ ਕਿਸੇ ਗੈਰ ਆਦਮੀ ਨਾਲ ਗੱਲ ਕਰਦੀ ਹੈ। ਉਸਨੇ ਮੇਰੀ ਜ਼ਿੰਦਗੀ ਦਾ ਚੈਨ ਸਕੂਨ ਲੁੱਟ ਲਿਆ। ਉਹ ਖੂਬਸੂਰਤ ਤਾਂ ਸੀ ਹੀ। ਮੈਂ ਸੋਚਿਆ ਕਿ ਹੁਣ ਅਮਨ ਨਾਲ ਗੱਲ ਕਰਨ ਦੀ ਬਜਾਏ ਇਸ ਮਾਮਲੇ ਦੀ ਤਹਿ ਤੱਕ ਪਹੁੰਚਣ ਦੀ ਕੋਸ਼ਿਸ਼ ਕਰਾਂਗਾ ਅਤੇ ਛੇਤੀ ਹੀ ਅਮਨ ਦਾ ਚਿਹਰਾ ਵੀ ਰਾਤ ਨੂੰ ਦੇਖਾਂਗਾ, ਤਾਂ ਕਿ ਮੈਨੂੰ ਸਮਝ ਆ ਜਾਵੇ ਕਿ ਮਾਮਲਾ ਕੀ ਹੈ। ਇੱਕ ਦਿਨ ਮੈਂ ਰੋਜ਼ ਨਾਲੋਂ ਥੋੜਾ ਛੇਤੀ ਘਰ ਆ ਗਿਆ। ਉਸ ਦਿਨ ਅਮਨ ਫਿਰ ਟਹਿਲ ਰਹੀ ਸੀ। ਉਸ ਦੀ ਬੇਚੈਨੀ ਉਸ ਦੇ ਚਿਹਰੇ ਤੋਂ ਵੇਖੀ ਜਾ ਸਕਦੀ ਸੀ। ਇੱਕਦਮ ਮੈਨੂੰ ਅੰਦਰ ਆਉਂਦਾ ਦੇਖ ਕੇ ਹੈਰਤ ਨਾਲ ਬੋਲੀ, ਤੁਸੀਂ ਇਸ ਵਕਤ? ਤੁਸੀਂ ਤਾਂ ਰਾਤ ਨੂੰ 8 ਵਜੇ ਆਉਂਦੇ ਹੋ, ਅੱਜ ਜਲਦੀ ਕਿਉਂ ਆ ਗਏ? ਉਸ ਦੀ ਹੈਰਾਨੀ ਦੇਖ ਕੇ ਮੈਨੂੰ ਗੁੱਸਾ ਆਇਆ। ਕਿਉਂ, ਤੂੰ ਮੇਰੇ ਜਾਣ ਤੋਂ ਬਾਅਦ ਅਜਿਹਾ ਕੀ ਕਰਦੀ ਹੈ ਕਿ ਮੇਰੇ ਆਉਣ ਨਾਲ ਤੈਨੂੰ ਇਸ ਕਦਰ ਹੈਰਾਨੀ ਹੋ ਰਹੀ ਹੈ? ਮੈਂ ਗੁੱਸੇ ਨਾਲ ਪੁੱਛਿਆ। ਨਹੀਂ, ਅਜਿਹੀ ਕੋਈ ਗੱਲ ਨਹੀਂ, ਅਮਨ ਨੇ ਗੱਲ ਸੰਭਾਲਦੇ ਹੋਏ ਕਿਹਾ। ਉਸੇ ਸਮੇਂ ਦਰਵਾਜ਼ੇ ਦੀ ਬੈਲ ਵੱਜੀ। ਮੈਂ ਸ਼ੱਕ ਭਰੀਆਂ ਨਜ਼ਰਾਂ ਨਾਲ ਅਮਨ ਵੱਲ ਵੇਖਿਆ। ਅਮਨ ਦਾ ਰੰਗ ਜਿਵੇਂ ਨੀਲਾ ਪੈ ਗਿਆ। ਮੈਂ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਇੱਕ ਆਦਮੀ ਖੜਾ ਸੀ ਜੋ ਪੁਲਿਸ ਦੀ ਵਰਦੀ ਵਿੱਚ ਸੀ। ਉਸ ਵਕਤ ਮੇਰੇ ਸਾਹਮਣੇ ਕੋਈ ਹੋਰ ਹੁੰਦਾ ਤਾਂ ਸ਼ਾਇਦ ਮੈਂ ਸ਼ੱਕ ਕਰਦਾ, ਪਰ ਇੰਸਪੈਕਟਰ ਵਿਕਰਮ ਨੂੰ ਆਪਣੇ ਸਾਹਮਣੇ ਵੇਖ ਕੇ ਮੇਰਾ ਸਾਰਾ ਗੁੱਸਾ ਇੱਕਦਮ ਸ਼ਾਂਤ ਹੋ ਗਿਆ। ਇੰਸਪੈਕਟਰ ਵਿਕਰਮ ਮੇਰਾ ਦੋਸਤ ਸੀ। ਅਸੀਂ ਦੋਨੇ ਇੱਕ ਦੂਜੇ ਨੂੰ ਕਾਫੀ ਸਮੇਂ ਤੋਂ ਜਾਣਦੇ ਸੀ ਅਤੇ ਮੇਰੀ ਉਸ ਨਾਲ ਗੱਲਬਾਤ ਵੀ ਹੁੰਦੀ ਰਹਿੰਦੀ ਸੀ। ਪਿਛਲੇ ਕਾਫੀ ਸਮੇਂ ਤੋਂ ਮੁਲਾਕਾਤ ਨਹੀਂ ਹੋਈ ਸੀ। ਮੈਂ ਜਾਣਦਾ ਸੀ ਕਿ ਉਹ ਸਾਡੇ ਹੀ ਇਲਾਕੇ ਵਿੱਚ ਇੰਸਪੈਕਟਰ ਹੈ, ਪਰ ਮੈਂ ਆਪਣੇ ਕੰਮ ਦੀ ਵਜ੍ਹਾ ਕਰਕੇ ਉਸ ਨਾਲ ਮੁਲਾਕਾਤ ਨਹੀਂ ਕਰ ਪਾਉਂਦਾ ਸੀ। ਐਵੇਂ ਅਚਾਨਕ ਵਿਕਰਮ ਨੂੰ ਸਾਹਮਣੇ ਵੇਖ ਕੇ ਮੈਨੂੰ ਵੱਡੀ ਹੈਰਤ ਹੋਈ, ਪਰ ਉਸਨੇ ਜ਼ਿਆਦਾ ਹੈਰਤ ਦਾ ਇਜ਼ਹਾਰ ਨਹੀਂ ਕੀਤਾ। ਫੌਰਨ ਹੀ ਮੇਰੇ ਗਲ ਲੱਗ ਗਿਆ ਤੇ ਬੋਲਿਆ, ਕਿੱਥੇ ਸੀ ਯਾਰ ਤੂੰ? ਇੰਨੇ ਅਰਸੇ ਤੋਂ ਮੁਲਾਕਾਤ ਹੀ ਨਹੀਂ ਕੀਤੀ। ਇੰਸਪੈਕਟਰ ਦਾ ਅੰਦਾਜ਼ ਤਾਂ ਬਿਲਕੁਲ ਹੀ ਨਾਰਮਲ ਸੀ। ਉਸ ਨੂੰ ਅੰਦਰ ਡਰਾਇੰਗ ਰੂਮ ਵਿੱਚ ਲੈ ਗਿਆ, ਪਰ ਮੈਂ ਹੈਰਾਨ ਸੀ ਕਿ ਮੈਂ ਇੰਸਪੈਕਟਰ ਨੂੰ ਆਪਣੇ ਘਰ ਕਦੇ ਨਹੀਂ ਲਿਆਇਆ। ਫਿਰ ਉਸ ਨੂੰ ਕਿਵੇਂ ਪਤਾ ਕਿ ਮੈਂ ਇੱਥੇ ਰਹਿੰਦਾ ਹਾਂ? ਗੱਲਾਂ ਹੀ ਗੱਲਾਂ ਵਿੱਚ ਮੈਂ ਵਿਕਰਮ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਬੋਲਿਆ, ਯਾਰ ਇਹ ਵੀ ਕੋਈ ਗੱਲ ਹੈ? ਸਾਨੂੰ ਪੁਲਿਸ ਵਾਲਿਆਂ ਨੂੰ ਆਪਣੇ ਇਲਾਕੇ ਦੇ ਹਰ ਬੰਦੇ ਦਾ ਪਤਾ ਹੁੰਦਾ ਹੈ। ਵਿਕਰਮ ਦੀ ਗੱਲ ਸੁਣ ਕੇ ਵੀ ਮੈਨੂੰ ਤਸੱਲੀ ਨਹੀਂ ਹੋਈ, ਕਿਉਂਕਿ ਮੈਂ ਅਮਨ ਨੂੰ ਵਿਕਰਮ ਦਾ ਇੰਤਜ਼ਾਰ ਕਰਦੇ ਪਾਇਆ ਸੀ। ਮੈਂ ਜਾਣਦਾ ਸੀ ਕਿ ਜਿਸ ਅੰਦਾਜ਼ ਨਾਲ ਅਮਨ ਟਹਿਲ ਰਹੀ ਸੀ, ਯਕੀਨਨ ਉਹ ਕਿਸੇ ਦਾ ਇੰਤਜ਼ਾਰ ਕਰ ਰਹੀ ਸੀ। ਇਤਫਾਕ ਨਾਲ ਉਹ ਆਦਮੀ ਵਿਕਰਮ ਨਿਕਲਿਆ ਤਾਂ ਵਿਕਰਮ ਨੇ ਮੇਰੇ ਤੋਂ ਮਿਲਣ ਦਾ ਬਹਾਨਾ ਕਰ ਲਿਆ। ਹੁਣ ਗੱਲ ਮੇਰੀ ਸਮਝ ਵਿੱਚ ਕੁਝ ਆ ਗਈ ਸੀ, ਪਰ ਮੈਂ ਜਾਣਨਾ ਚਾਹੁੰਦਾ ਸੀ ਕਿ ਵਿਕਰਮ ਅਤੇ ਅਮਨ ਵਿਚਾਲੇ ਚੱਲ ਕੀ ਰਿਹਾ ਹੈ। ਇਸ ਲਈ ਮੈਂ ਅਮਨ ਉੱਤੇ ਜ਼ਿਆਦਾ ਸ਼ੱਕ ਕਰਨਾ ਛੱਡ ਦਿੱਤਾ। ਮੇਰੇ ਦਿਲ ਵਿੱਚ ਜੋ ਵੀ ਗੱਲ ਹੁੰਦੀ ਮੈਂ ਆਪਣੇ ਦਿਲ ਵਿੱਚ ਹੀ ਰੱਖਦਾ। ਅਮਨ ਉੱਤੇ ਕਿਸੇ ਵੀ ਕਿਸਮ ਦਾ ਸ਼ੱਕ ਦਾ ਇਜ਼ਹਾਰ ਨਾ ਕਰਦਾ। ਇੱਕ ਦਿਨ ਮੈਂ ਸੋਚਿਆ ਕਿ ਜੇਕਰ ਮੇਰੀ ਪਤਨੀ ਅਮਨ ਮੈਨੂੰ ਧੋਖਾ ਦੇ ਰਹੀ ਹੈ ਤਾਂ ਮੈਂ ਵੀ ਉਸ ਦੇ ਨਾਲ ਉਹ ਕਰਾਂਗਾ ਜੋ ਉਸਨੇ ਸੋਚਿਆ ਵੀ ਨਹੀਂ ਹੋਵੇਗਾ। ਮੈਂ ਫੈਸਲਾ ਕਰ ਲਿਆ ਕਿ ਅੱਜ ਰਾਤ ਮੈਂ ਕਿਸੇ ਵੀ ਕੀਮਤ ਤੇ ਅਮਨ ਦਾ ਚਿਹਰਾ ਵੇਖਣਾ ਹੈ। ਮੈਂ ਜਾਣਨਾ ਚਾਹੁੰਦਾ ਸੀ ਕਿ ਅਮਨ ਰਾਤ ਦੇ ਵਕਤ ਮੈਥੋਂ ਆਪਣਾ ਚਿਹਰਾ ਕਿਉਂ ਛੁਪਾਉਂਦੀ ਹੈ। ਉਸ ਦੇ ਬਾਅਦ ਵਿਕਰਮ ਵਾਲੀ ਗੁੱਥੀ ਵੀ ਸੁਲਝਾ ਲਵਾਂਗਾ, ਪਰ ਪਹਿਲਾਂ ਉਸ ਦੇ ਚਿਹਰੇ ਨੂੰ ਬੇਨਕਾਬ ਕਰਨਾ ਜ਼ਰੂਰੀ ਸੀ। ਰਾਤ ਦੇ ਵਕਤ ਕਿਉਂਕਿ ਕਮਰੇ ਦਾ ਬਲਬ ਬੰਦ ਹੁੰਦਾ ਸੀ, ਸੋ ਮੈਂ ਆਪਣੇ ਕੋਲ ਇੱਕ ਛੋਟੀ ਜਿਹੀ ਟਾਰਚ ਰੱਖ ਲਈ। ਅਮਨ ਮੇਰੇ ਕੋਲ ਆਈ ਤਾਂ ਮੈਂ ਉਸ ਦਾ ਹੱਥ ਫੜ ਲਿਆ ਤਾਂ ਕਿ ਉਹ ਐਨ ਵਕਤ ਉੱਤੇ ਭੱਜਣ ਨਾ ਪਾਵੇ, ਅਤੇ ਫਿਰ ਆਪਣੀ ਜੇਬ ਵਿੱਚੋਂ ਟਾਰਚ ਕੱਢ ਕੇ ਰੋਸ਼ਨੀ ਉਸ ਦੇ ਚਿਹਰੇ ਦੀ ਤਰਫ ਜਿਵੇਂ ਹੀ ਕੀਤੀ
ਤਾਂ ਮੇਰੀ ਚੀਕ ਨਿਕਲਦੇ ਵੱਜੀ। ਹੈਰਤ ਦੇ ਮਾਰੇ ਮੇਰੇ ਗਲ ਚੋਂ ਆਵਾਜ਼ ਨਹੀਂ ਨਿਕਲ ਰਹੀ ਸੀ। ਅਮਨ, ਤੂੰ ਮੈਨੂੰ ਇੰਨਾ ਵੱਡਾ ਧੋਖਾ ਦਿੱਤਾ। ਅਖੀਰ ਮੇਰੇ ਤੋਂ ਇੰਨੀ ਵੱਡੀ ਗੱਲ ਤੂੰ ਕਿਉਂ ਛੁਪਾਈ? ਮੈਂ ਤਾਂ ਤੈਨੂੰ ਸੱਚੀ ਮੁਹੱਬਤ ਕਰਦਾ ਸੀ। ਤੈਨੂੰ ਅਜਿਹਾ ਕਰਨ ਦੀ ਕੀ ਜ਼ਰੂਰਤ ਸੀ? ਮੈਂ ਨਫ਼ਰਤ ਨਾਲ ਅਮਨ ਵੱਲ ਵੇਖਿਆ। ਉਸਦੇ ਚਿਹਰੇ ਦੀ ਰੌਣਕ ਇੱਕਦਮ ਬਦਲ ਗਈ ਸੀ। ਮੈਂ ਤੁਹਾਨੂੰ ਸਭ ਕੁਝ ਦੱਸ ਦੇਵਾਂਗੀ। ਰੱਬ ਦੇ ਵਾਸਤੇ ਇੱਕ ਵਾਰ ਮੇਰੀ ਗੱਲ ਸੁਣ ਲਓ। ਤੁਹਾਨੂੰ ਮੇਰੇ ਉੱਤੇ ਜੋ ਵੀ ਸ਼ੱਕ ਹੈ, ਮੈਂ ਉਹ ਸਾਰਾ ਦਾ ਸਾਰਾ ਸ਼ੱਕ ਦੂਰ ਕਰਾਂਗੀ। ਤੁਹਾਡਾ ਦੋਸਤ ਵਿਕਰਮ। ਮੈਂ ਜਾਣਦੀ ਹਾਂ ਤੁਹਾਨੂੰ ਜੋ ਸ਼ੱਕ ਹੈ। ਮੈਂ ਤੁਹਾਨੂੰ ਸਭ ਕੁਝ ਦੱਸਦੀ ਹਾਂ। ਤੁਸੀਂ ਬੈਠੋ ਤਾਂ ਸਹੀ। ਅਮਨ ਰੋਂਦੇ ਹੋਏ ਮੇਰੇ ਪੈਰ ਫੜ ਕੇ ਬੈਠ ਗਈ। ਇਸ ਕਦਰ ਮਿੰਨਤਾਂ ਕਰ ਰਹੀ ਸੀ ਕਿ ਮੈਂ ਚਾਹ ਕੇ ਵੀ ਉਸ ਨੂੰ ਦੁਤਕਾਰ ਨਹੀਂ ਸਕਿਆ। ਦੱਸੋ ਅਮਨ, ਕੀ ਗੱਲ ਹੈ? ਕਿਉਂ ਤੂੰ ਅਜਿਹਾ ਕੀਤਾ? ਵਿਕਰਮ ਨਾਲ ਤੇਰਾ ਕੀ ਰਿਸ਼ਤਾ ਹੈ? ਮੈਂ ਹੁਣ ਬੜੇ ਆਰਾਮ ਨਾਲ ਉਸ ਨੂੰ ਕਹਿ ਰਿਹਾ ਸੀ, ਕਿਉਂਕਿ ਮੈਂ ਸੋਚ ਲਿਆ ਸੀ ਕਿ ਜੇਕਰ ਇਹ ਔਰਤ ਮੈਨੂੰ ਧੋਖਾ ਦੇਵੇਗੀ ਤਾਂ ਮੈਂ ਵੀ ਦੂਜਾ ਵਿਆਹ ਕਰ ਲਵਾਂਗਾ। ਉਸ ਨੂੰ ਉਹ ਦੁੱਖ ਦੇਵਾਂਗਾ ਜੋ ਉਹ ਜ਼ਿੰਦਗੀ ਭਰ ਨਹੀਂ ਭੁੱਲ ਪਾਵੇਗੀ। ਉਦੋਂ ਅਮਨ ਨੇ ਜੋ ਗੱਲ ਸੁਣਾਈ, ਉਸ ਨੂੰ ਸੁਣ ਕੇ ਮੇਰਾ ਦਿਲ ਵੀ ਬੇਚੈਨ ਹੋ ਗਿਆ। ਤੁਸੀਂ ਤਾਂ ਜਾਣਦੇ ਹੋ ਸਾਡਾ ਘਰਾਣਾ ਕਿਸ ਕਦਰ ਮਾਡਰਨ ਹੈ। ਮੈਂ ਵੀ ਜਦੋਂ ਹੋਸ਼ ਸੰਭਾਲਿਆ ਤਾਂ ਆਪਣੇ ਮਾਂ-ਪਾਪਾ ਨੂੰ ਆਪਣੇ ਕੋਲੋਂ ਦੂਰ ਹੀ ਪਾਇਆ। ਉਹ ਮੈਨੂੰ ਨੌਕਰ ਅਤੇ ਨੌਕਰਾਨੀ ਦੇ ਹਵਾਲੇ ਛੱਡ ਕੇ ਖੁਦ ਆਪਣੀਆਂ ਨੌਕਰੀਆਂ ਤੇ ਕੰਮਾਂ ਤੇ ਨਿਕਲ ਜਾਂਦੀ। ਮੈਂ ਜਦੋਂ ਮਾਂ ਨਾਲ ਕੋਈ ਗੱਲ ਕਰਦੀ ਤਾਂ ਉਹ ਮੈਨੂੰ ਪੈਸੇ ਦੀ ਗੱਡੀ ਥਮਾ ਦਿੰਦੀ ਜਾਂ ਫਿਰ ਸ਼ਾਪਿੰਗ ਕਰਵਾਉਣ ਲੈ ਜਾਂਦੀ। ਪਰ ਮੈਨੂੰ ਤਾਂ ਮਮਤਾ ਦੀ ਜ਼ਰੂਰਤ ਸੀ। ਮੈਂ ਉਹਨਾਂ ਦੇ ਪਿਆਰ ਦੀ ਪਿਆਸੀ ਸੀ। ਪਰ ਮਾਂ ਨੇ ਕਦੇ ਮੁੜ ਕੇ ਵੀ ਮੇਰੀ ਤਰਫ ਨਹੀਂ ਦੇਖਿਆ। ਉਹਨਾਂ ਪੈਸਿਆਂ ਨੇ ਮੇਰੇ ਅੰਦਰ ਬਹੁਤ ਸਾਰੀ ਨਿਰਾਸ਼ਾ ਪੈਦਾ ਕਰ ਦਿੱਤੀ। ਪਹਿਲਾਂ ਤਾਂ ਮੈਂ ਆਪਣੇ ਨੌਕਰ ਅਤੇ ਨੌਕਰਾਨੀ ਨਾਲ ਦੋਸਤੀ ਕੀਤੀ, ਪਰ ਫਿਰ ਜਦੋਂ ਮੈਨੂੰ ਇਹ ਅਹਿਸਾਸ ਹੋਇਆ ਕਿ ਉਹ ਤਾਂ ਸਿਰਫ ਮੇਰੇ ਪੈਸਿਆਂ ਦੀ ਅਹਿਮੀਅਤ ਨੂੰ ਸਮਝਦੇ ਹਨ, ਮੇਰੇ ਜਜ਼ਬਾਤਾਂ ਦੀ ਬਿਲਕੁਲ ਵੀ ਕਦਰ ਨਹੀਂ ਕਰਦੇ, ਤਾਂ ਮੈਂ ਨੌਕਰ ਅਤੇ ਨੌਕਰਾਨੀ ਨਾਲ ਵੀ ਗੱਲਬਾਤ ਕਰਨਾ ਛੱਡ ਦਿੱਤਾ। ਹੁਣ ਮੈਂ ਭਰਪੂਰ ਨਿਰਾਸ਼ਾ ਵਿੱਚ ਸੀ। ਮੇਰੀ ਮਾਂ ਨੇ ਮੈਨੂੰ ਕਦੇ ਵੀ ਆਪਣੇ ਆਫਿਸ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਸੀ। ਹਮੇਸ਼ਾ ਇਹੀ ਕਹਿੰਦੀ ਕਿ ਮੇਰੇ ਆਫਿਸ ਆਉਣ ਤੋਂ ਪਹਿਲਾਂ ਮੈਨੂੰ ਦੱਸ ਦੇਣਾ, ਕਿਉਂਕਿ ਮੇਰੇ 1000 ਕੰਮ ਹੁੰਦੇ ਹਨ। ਮੈਂ ਤੇਰੇ ਨਾਲ ਗੱਲ ਨਹੀਂ ਕਰ ਪਾਵਾਂਗੀ। ਪਾਪਾ ਵੀ ਆਪਣੇ ਕੰਮ ਵਿੱਚ ਬਿਜ਼ੀ ਰਹਿੰਦੇ। ਉਸ ਸਮੇਂ ਮੇਰਾ ਦਿਲ ਬਹੁਤ ਮਜਬੂਰ ਹੁੰਦਾ ਸੀ। ਮੈਂ ਉਦਾਸ ਸੀ। ਸੋਚਿਆ ਜੇਕਰ ਮਾਂ ਨੂੰ ਫੋਨ ਕਰਾਂਗੀ ਤਾਂ ਦੇਰ ਹੋ ਜਾਵੇਗੀ। ਮੈਂ ਗੱਡੀ ਕੱਢੀ ਅਤੇ ਮਾਂ ਦੇ ਆਫਿਸ ਚਲੀ ਗਈ। ਪਰ ਜਿਵੇਂ ਹੀ ਆਫਿਸ ਦੇ ਦਰਵਾਜ਼ੇ ਤੋਂ ਅੰਦਰ ਵੜੀ, ਅੰਦਰ ਦਾ ਮੰਜ਼ਰ ਵੇਖ ਕੇ ਮੇਰਾ ਦਿਲ ਬੁੱਝ ਗਿਆ। ਮੈਂ ਆਪਣੀ ਮਾਂ ਬਾਰੇ ਅਜਿਹਾ ਸੋਚ ਵੀ ਨਹੀਂ ਸਕਦੀ ਸੀ। ਪਰ ਮੇਰੀ ਮਾਂ ਇਸ ਕਦਰ ਰੋਸ਼ਨ ਖਿਆਲ ਹੋ ਚੁੱਕੀ ਸੀ ਕਿ ਉਹ ਆਪਣੀ ਸਾਰੀ ਸੰਗ ਸ਼ਰਮ ਨੂੰ ਹੀ ਭੁੱਲ ਚੁੱਕੀ ਸੀ। ਇਸ ਇੱਕ ਪਲ ਨੇ ਮੇਰੇ ਅੰਦਰ ਬਗਾਵਤ ਪੈਦਾ ਕਰ ਦਿੱਤੀ। ਮੈਨੂੰ ਉਹਨਾਂ ਔਰਤਾਂ ਨਾਲ ਸਖਤ ਨਫ਼ਰਤ ਹੋਈ ਜੋ ਲੋਕਾਂ ਨੂੰ ਭਲਾਈ ਦੇ ਪਾਠ ਪੜ੍ਹਾਉਂਦੀਆਂ ਹਨ ਅਤੇ ਉਹਨਾਂ ਦਾ ਆਪਣਾ ਕਿਰਦਾਰ ਇਸ ਕਦਰ ਭਿਆਨਕ ਹੁੰਦਾ ਹੈ, ਇਹ ਕੋਈ ਸੋਚ ਵੀ ਨਹੀਂ ਸਕਦਾ। ਮਾਂ ਨਾਲ ਨਫ਼ਰਤ ਹੋਈ ਤਾਂ ਮੇਰੀ ਸ਼ਖਸੀਅਤ ਵੀ ਬਦਲ ਗਈ। ਮੈਂ ਨਾਈਟ ਕਲੱਬ ਵਿੱਚ ਜਾਣ ਲੱਗੀ। ਅਜਿਹਾ ਬਣ ਸੰਵਰ ਕੇ ਜਾਂਦੀ ਕਿ ਹਰ ਕੋਈ ਮੇਰੇ ਵੱਲ ਖਿੱਚਿਆ ਚਲਾ ਆਉਂਦਾ। ਪਰ ਮੈਂ ਇਸ ਸਭ ਨਾਲ ਖੁਸ਼ ਨਹੀਂ ਸੀ। ਪਰ ਫਿਰ ਵੀ ਪਤਾ ਨਹੀਂ ਕਿਉਂ ਮੈਨੂੰ ਤਸੱਲੀ ਮਿਲਦੀ ਕਿ ਮੈਂ ਆਪਣੀ ਮਾਂ ਨਾਲ ਬਦਲਾ ਲੈ ਲਿਆ। ਹਾਲਾਂਕਿ ਮੈਂ ਆਪਣੇ ਆਪ ਨੂੰ ਨੁਕਸਾਨ ਪਹੁੰਚਾ ਰਹੀ ਸੀ। ਹੁਣ ਮੈਂ ਰਾਤ ਦੇਰ ਤੱਕ ਘਰ ਤੋਂ ਬਾਹਰ ਰਹਿੰਦੀ। ਮਾਂ ਪਾਪਾ ਨੂੰ ਕੋਈ ਖਬਰ ਨਹੀਂ ਸੀ ਕਿ ਉਹਨਾਂ ਦੀ ਧੀ ਕੀ ਕਰ ਰਹੀ ਹੈ ਅਤੇ ਮੈਂ ਇਹਨਾਂ ਸਭ ਚੀਜ਼ਾਂ ਵਿੱਚ ਬਿਲਕੁਲ ਡੁੱਬ ਚੁੱਕੀ ਸੀ। ਇੱਕ ਰਾਤ ਮੈਂ ਇਸ ਕਦਰ ਨਸ਼ਾ ਕਰ ਰੱਖਿਆ ਸੀ ਕਿ ਅਜੇ ਵਿੱਚ ਕੁੜੀਆਂ ਆਪਣੀ ਇੱਜ਼ਤ ਗਵਾ ਬੈਠਦੀਆਂ ਹਨ। ਪਰ ਮੈਂ ਇਸ ਮਾਮਲੇ ਵਿੱਚ ਖੁਸ਼ਕਿਸਮਤ ਨਿਕਲੀ। ਸਵੇਰੇ ਜਦੋਂ ਮੇਰੀ ਅੱਖ ਖੁੱਲੀ ਤਾਂ ਮੈਂ ਧੜਕਦੇ ਦਿਲ ਨਾਲ ਆਪਣੇ ਪਹਿਲੂ ਵਿੱਚ ਦੇਖਿਆ ਤਾਂ ਬਿਸਤਰ ਉੱਤੇ ਕੋਈ ਵੀ ਨਹੀਂ ਸੀ। ਮੈਂ ਇੱਕ ਇਕੱਲੇ ਕਮਰੇ ਵਿੱਚ ਲੇਟੀ ਹੋਈ ਸੀ। ਕਮਰੇ ਦੀ ਸਜਾਵਟ ਤੋਂ ਅੰਦਾਜ਼ਾ ਹੋ ਰਿਹਾ ਸੀ ਕਿ ਕਿਸੇ ਧਰਮੀ ਇਨਸਾਨ ਦਾ ਰਿਹਾਇਸ਼ੀ ਕਮਰਾ ਹੈ। ਅਤੇ ਫਿਰ ਜਦੋਂ ਉਹ ਮੁੰਡਾ ਮੇਰੇ ਸਾਹਮਣੇ ਆਇਆ ਤਾਂ ਮੇਰਾ ਖਿਆਲ ਸੱਚ ਸਾਬਤ ਹੋਇਆ। ਉਸ ਦੇ ਚਿਹਰੇ ਉੱਤੇ ਦਾੜੀ ਸਜੀ ਹੋਈ ਸੀ, ਜਦੋਂ ਕਿ ਉਹ ਇੱਕ ਨੌਜਵਾਨ ਲੱਗ ਰਿਹਾ ਸੀ। ਮੈਨੂੰ ਦੇਖ ਕੇ ਉਸਨੇ ਆਪਣੀ ਨਜ਼ਰ ਹੇਠਾਂ ਕਰ ਲਈ ਤੇ ਕਹਿਣ ਲੱਗਾ, ਕੱਲ ਰਾਤ ਮੈਂ ਆਪਣੀ ਇੱਕ ਮਜਬੂਰੀ ਦੀ ਵਜ੍ਹਾ ਤੋਂ ਨਾਈਟ ਕਲੱਬ ਗਿਆ ਸੀ। ਉੱਥੇ ਮੈਨੂੰ ਕੁਝ ਕੰਮ ਸੀ ਤੇ ਉੱਥੇ ਮੈਂ ਤੁਹਾਨੂੰ ਬੇਹੋਸ਼ ਪਾਇਆ ਤਾਂ ਤੁਹਾਡਾ ਖਿਆਲ ਕਰਦੇ ਹੋਏ ਆਪਣੇ ਘਰ ਲੈ ਆਇਆ। ਉਮੀਦ ਹੈ ਕਿ ਤੁਸੀਂ ਠੀਕ ਹੋਵੋਗੇ। ਚਲੋ ਮੈਂ ਤੁਹਾਨੂੰ ਤੁਹਾਡੇ ਘਰ ਛੱਡ ਆਉਂਦਾ ਹਾਂ। ਉਸ ਮੁੰਡੇ ਤੇ ਮੈਨੂੰ ਪਹਿਲਾਂ ਤਾਂ ਗੁੱਸਾ ਆਇਆ, ਉੱਤੋਂ ਉਸ ਦਾ ਹੁਲੀਆ ਅਜਿਹਾ ਸੀ ਕਿ
ਮੈਨੂੰ ਉਸ ਤੋਂ ਹੋਰ ਵੀ ਨਫ਼ਰਤ ਮਹਿਸੂਸ ਹੋਣ ਲੱਗੀ। ਉਸ ਦਿਨ ਤਾਂ ਉਹ ਮੈਨੂੰ ਘਰ ਛੱਡ ਕੇ ਚਲਾ ਗਿਆ। ਮੈਨੂੰ ਉਸ ਨਾਲ ਬਿਲਕੁਲ ਵੀ ਕੋਈ ਹਮਦਰਦੀ ਨਹੀਂ ਸੀ ਤੇ ਨਾ ਹੀ ਮੈਂ ਉਸ ਦਾ ਧੰਨਵਾਦ ਅਦਾ ਕੀਤਾ। ਵਜ੍ਹਾ ਸ਼ਾਇਦ ਉਸ ਦਾ ਹੁਲੀਆ ਸੀ, ਜਿਸ ਤੋਂ ਮੇਰੀ ਮਾਂ ਨੇ ਹਮੇਸ਼ਾ ਨਫ਼ਰਤ ਕੀਤੀ ਸੀ ਅਤੇ ਅਜਿਹੀ ਨਫ਼ਰਤ ਮੇਰੇ ਦਿਲ ਵਿੱਚ ਉਹਨਾਂ ਦਾੜੀ ਵਾਲਿਆਂ ਲਈ ਮੌਜੂਦ ਸੀ। ਪਰ ਉਸ ਆਦਮੀ ਨੇ ਮੇਰਾ ਪਿੱਛਾ ਨਹੀਂ ਛੱਡਿਆ। ਉਹ ਵਾਰ-ਵਾਰ ਮੇਰੇ ਪਿੱਛੇ ਆਉਂਦਾ ਅਤੇ ਕਹਿੰਦਾ, ਮੈਂ ਤੁਹਾਡੇ ਤੋਂ ਮੁਹੱਬਤ ਕਰਦਾ ਹਾਂ। ਮੇਰੀ ਸਹੇਲੀਆਂ ਨੇ ਜਦੋਂ ਇਹ ਗੱਲ ਵੇਖੀ ਤਾਂ ਉਹ ਬੋਲੀਆਂ ਕਿ ਤੂੰ ਇਸ ਤੋਂ ਆਪਣੀ ਜਾਨ ਕਿਉਂ ਨਹੀਂ ਛੁਡਾ ਲੈਂਦੀ? ਇਹ ਤਾਂ ਹਰ ਵੇਲੇ ਤੇਰੇ ਪਿੱਛੇ ਆਉਂਦਾ ਹੈ, ਤੈਨੂੰ ਤੰਗ ਕਰਦਾ ਹੈ। ਜੇਕਰ ਅਜਿਹਾ ਹੀ ਰਿਹਾ ਤਾਂ ਬਾਕੀ ਮੁੰਡੇ ਵੀ ਤੇਥੋਂ ਡਰਨਾ ਸ਼ੁਰੂ ਹੋ ਜਾਣਗੇ। ਤੂੰ ਉਸ ਦਾ ਹੁਲੀਆ ਤਾਂ ਵੇਖ, ਕਿੰਨਾ ਖਤਰਨਾਕ ਲੱਗਦਾ ਹੈ। ਆਪਣੀ ਸਹੇਲੀਆਂ ਦੀ ਗੱਲ ਸੁਣ ਕੇ ਮੈਂ ਉਸ ਮੁੰਡੇ ਨੂੰ ਸਬਕ ਸਿਖਾਉਣ ਦਾ ਸੋਚਿਆ। ਮੁੰਡੇ ਦਾ ਨਾਂ ਰਿੰਕੂ ਸੀ। ਇੱਕ ਦਿਨ ਉਸਨੇ ਮੇਰੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੈਂ ਕਿਹਾ ਕਿ ਸ਼ਾਮ ਨੂੰ ਬਹਾਦਰੀ ਦਾ ਨਮੂਨਾ ਦਿਖਾਉਣਾ ਅਤੇ ਮੇਰੀਆਂ ਸਹੇਲੀਆਂ ਦੇ ਸਾਹਮਣੇ ਆਪਣੇ ਆਪ ਨੂੰ ਸਾਬਿਤ ਕਰਨਾ ਹੋ ਸਕਦਾ ਹੈ ਕਿ ਤੁਹਾਡਾ ਕੰਮ ਬਣ ਜਾਵੇ। ਮੇਰੀ ਗੱਲ ਸੁਣ ਕੇ ਉਹ ਬਹੁਤ ਖੁਸ਼ ਹੋਇਆ। ਅਗਲੀ ਰਾਤ ਜਦੋਂ ਮੈਂ ਨਾਈਟ ਕਲੱਬ ਤੋਂ ਨਿਕਲ ਰਹੀ ਸੀ ਤਾਂ ਉਹ ਮੈਨੂੰ ਮੇਰੇ ਸਾਹਮਣੇ ਹੀ ਵਿਖਾਈ ਦਿੱਤਾ। ਸਰਾਫਤ ਨਾਲ ਝੁਕੀ ਹੋਈ ਨਜ਼ਰਾਂ ਨਾਲ ਉਹ ਆਪਣੀ ਮੁਹੱਬਤ ਦਾ ਇਜ਼ਹਾਰ ਕਰਨ ਆਇਆ ਸੀ। ਮੈਂ ਪੁਲਿਸ ਨੂੰ ਪਹਿਲਾਂ ਹੀ ਦੱਸ ਰੱਖਿਆ ਸੀ ਕਿ ਇੱਕ ਆਦਮੀ ਰੋਜ਼ਾਨਾ ਮੈਨੂੰ ਪਰੇਸ਼ਾਨ ਕਰਦਾ ਹੈ। ਮੈਂ ਉਸੇ ਸਮੇਂ ਪੁਲਿਸ ਨੂੰ ਫੋਨ ਲਾਇਆ ਅਤੇ ਪੁਲਿਸ 2 ਮਿੰਟ ਵਿੱਚ ਸਾਡੇ ਕੋਲ ਆ ਗਈ। ਉਹਨਾਂ ਨੇ ਮੁੰਡੇ ਨੂੰ ਹੱਥਕੜੀ ਲਾਈ ਅਤੇ ਪੁਲਿਸ ਗੱਡੀ ਵਿੱਚ ਬਿਠਾ ਕੇ ਲੈ ਗਈ। ਮੈਂ ਆਪਣੀ ਸਹੇਲੀਆਂ ਦੇ ਨਾਲ ਖਿਲਖਿਲਾ ਕੇ ਹੱਸਣ ਲੱਗੀ। ਮੈਨੂੰ ਅੰਦਾਜ਼ਾ ਨਹੀਂ ਸੀ ਕਿ ਉਹ ਇਸ ਕਦਰ ਮੂਰਖ ਨਿਕਲੇਗਾ। ਫਿਲਹਾਲ ਉਸ ਨੂੰ ਥਾਣੇ ਫੜਾ ਕੇ ਮੇਰੇ ਦਿਲ ਨੂੰ ਸਕੂਨ ਮਿਲਿਆ। ਪਰ ਫਿਰ ਅਗਲੇ ਦਿਨ ਸਹੇਲੀਆਂ ਦੇ ਕਹਿਣ ਤੇ ਕਿ ਮੈਂ ਉਸ ਦੀ ਹਾਲਤ ਪਤਾ ਕਰ ਲਵਾਂ, ਮੈਂ ਪੁਲਿਸ ਥਾਣੇ ਚਲੀ ਗਈ। ਪਰ ਥਾਣੇ ਵਿੱਚ ਪਹੁੰਚ ਕੇ ਜਿਵੇਂ ਮੇਰਾ ਕਲੇਜਾ ਹੀ ਫਟ ਗਿਆ। ਪੁਲਿਸ ਵਾਲਿਆਂ ਨੇ ਮਾਰ-ਮਾਰ ਕੇ ਉਸ ਦਾ ਹੁਲੀਆ ਖਰਾਬ ਕਰ ਦਿੱਤਾ। ਉਹ ਬਹੁਤ ਭੈੜਾ ਲੱਗ ਰਿਹਾ ਸੀ। ਚਿਹਰੇ ਉੱਤੇ ਖੂਨ ਦੇ ਨਿਸ਼ਾਨ ਸਨ ਤੇ ਅੱਖਾਂ ਵੀ ਸੁੱਜੀਆਂ ਹੋਈਆਂ ਸਨ। ਉਸ ਦੀ ਹਾਲਤ ਵੇਖ ਕੇ ਮੈਨੂੰ ਬਹੁਤ ਅਫਸੋਸ ਹੋਇਆ। ਉਸ ਦੀਆਂ ਅੱਖਾਂ ਵਿੱਚ ਮੋٹے-ਮੋٹے ਹੰਝੂ ਸਨ। ਮੈਨੂੰ ਵੇਖ ਕੇ ਉਸਨੇ ਅਸਮਾਨ ਵੱਲ ਤੱਕਿਆ ਤੇ ਬੋਲਿਆ, ਮੈਂ ਆਪਣਾ ਮਾਮਲਾ ਰੱਬ ਤੇ ਛੱਡ ਦਿੱਤਾ ਹੈ। ਰੱਬ ਕਰੇ ਤੁਹਾਨੂੰ ਰਾਤਾਂ ਨੂੰ ਵੀ ਕਦੇ ਸਕੂਨ ਨਾ ਮਿਲੇ। ਉਸ ਦੀ ਬਦਦੁਆ ਨੇ ਮੈਨੂੰ ਅੰਦਰ ਤੱਕ ਝੰਜੋੜ ਦਿੱਤਾ। ਪਰ ਮੈਂ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਇਜ਼ਹਾਰ ਨਹੀਂ ਕੀਤਾ। ਤਕਰੀਬਨ ਸਵੇਰ ਦੇ 8 ਵਜ ਰਹੇ ਸਨ ਜਦੋਂ ਮੈਂ ਆਪਣੀ ਸਹੇਲੀਆਂ ਨਾਲ ਉਸ ਤੋਂ ਮਿਲਣ ਗਈ ਸੀ। ਸਾਡੀ ਆਦਤ ਸੀ ਕਿ ਅਸੀਂ ਸਾਰੀ ਰਾਤ ਜਾਗਦੇ ਅਤੇ ਦਿਨ ਵੇਲੇ ਸੌਂਦੇ ਸੀ, ਕਿਉਂਕਿ ਇਸ ਗੱਲ ਦੀ ਮੇਰੇ ਮਾਂ-ਬਾਪ ਨੂੰ ਕੋਈ ਪਰਵਾਹ ਨਹੀਂ ਸੀ। ਪਰ ਉਸ ਦਿਨ ਮੈਂ ਸ਼ਾਮ ਨੂੰ ਸੋ ਕੇ ਉੱਠੀ ਤਾਂ ਮੈਨੂੰ ਆਪਣੇ ਚਿਹਰੇ ਉੱਤੇ ਜਲਨ ਮਹਿਸੂਸ ਹੋਈ। ਮੈਨੂੰ ਲੱਗਿਆ ਕਿ ਸ਼ਾਇਦ ਗਰਮੀ ਦੀ ਵਜ੍ਹਾ ਨਾਲ ਅਜਿਹਾ ਹੋ ਰਿਹਾ ਹੋਵੇਗਾ, ਪਰ ਇਹ ਜਲਨ ਵੱਧਦੀ ਹੀ ਗਈ। ਇੱਥੇ ਤੱਕ ਕਿ ਰਾਤ ਦੇ 8 ਵਜੇ ਮੈਂ ਸ਼ੀਸ਼ੇ ਵਿੱਚ ਆਪਣਾ ਚਿਹਰਾ ਦੇਖਿਆ ਤਾਂ ਦਾਣਿਆਂ ਨਾਲ ਭਰੀ ਆਪਣੀ ਸੂਰਤ ਦੇਖ ਕੇ ਮੇਰੀ ਚੀਕ ਨਿਕਲ ਗਈ। ਮੈਨੂੰ ਆਪਣਾ ਚਿਹਰਾ ਦੇਖ ਕੇ ਰੋਣਾ ਆ ਰਿਹਾ ਸੀ। ਸੋਚਿਆ ਕਿ ਉਸੇ ਵਕਤ ਹਸਪਤਾਲ ਚਲਦੀ ਹਾਂ, ਡਾਕਟਰ ਤੋਂ ਦਵਾਈ ਲੈ ਕੇ ਆਵਾਂਗੀ ਤਾਂ ਕਿ ਇਸ ਮੁਸੀਬਤ ਤੋਂ ਜਲਦੀ ਮੇਰੀ ਜਾਨ ਛੁੱਟ ਸਕੇ। ਉਸ ਦਿਨ ਡਾਕਟਰ ਨੇ ਮੈਨੂੰ ਇੱਕ ਦਵਾਈ ਦਿੱਤੀ, ਜਿਸ ਨੂੰ ਲਗਾਉਣ ਤੋਂ ਬਾਅਦ ਮੈਨੂੰ ਕੁਝ ਆਰਾਮ ਮਹਿਸੂਸ ਹੋਇਆ ਅਤੇ ਸਵੇਰ ਹੁੰਦੇ ਹੀ ਮੇਰੇ ਸਾਰੇ ਦਾਣੇ ਖਤਮ ਹੋ ਗਏ। ਮੈਂ ਰੱਬ ਦਾ ਸ਼ੁਕਰਾਨਾ ਕੀਤਾ। ਅਗਲੀ ਰਾਤ ਫਿਰ ਉਹੋ ਜਿਹਾ ਹੀ ਹੋਇਆ। ਸ਼ਾਮ ਵੇਲੇ ਮੇਰੇ ਚਿਹਰੇ ਉੱਤੇ ਅਜੇ ਦਾਣੇ ਨਿਕਲਦੇ ਅਤੇ ਮੇਰੀ ਜਾਨ ਨਿਕਲ ਜਾਂਦੀ। ਮੇਰਾ ਜੀਣਾ ਮੁਸ਼ਕਲ ਹੋ ਗਿਆ। ਮੈਂ ਡਾਕਟਰ ਕੋਲ ਜਾ ਕੇ ਚੰਗੀ ਖਾਸੀ ਬਹਿਸ ਕੀਤੀ। ਉਸਨੇ ਮੈਨੂੰ ਗਲਤ ਦਵਾਈ ਦਿੱਤੀ ਹੈ, ਪਰ ਫਿਰ 2-3 ਡਾਕਟਰਾਂ ਨੂੰ ਬਦਲ ਕੇ ਦੇਖਿਆ। ਉਸ ਤੋਂ ਬਾਅਦ ਮੈਨੂੰ ਪਤਾ ਲੱਗਿਆ ਕਿ ਮੇਰੀ ਇਹ ਬਿਮਾਰੀ ਇੰਨੀ ਸੌਖੀ ਤਰ੍ਹਾਂ ਮੇਰੀ ਜਾਨ ਨਹੀਂ ਛੱਡੇਗੀ ਜਿੰਨਾ ਸੌਖਾ ਮੈਂ ਸਮਝ ਰਹੀ ਹਾਂ। ਉਸ ਦੇ ਬਾਅਦ ਮੈਂ ਕੀ ਨਹੀਂ ਕੀਤਾ, ਪਰ ਇਹ ਦਾਣੇ ਖਤਮ ਹੋਣ ਦਾ ਨਾਮ ਹੀ ਨਹੀਂ ਲੈ ਰਹੇ ਸਨ। ਮੇਰਾ ਦਿਲ ਕਹਿ ਰਿਹਾ ਸੀ ਕਿ ਸ਼ਾਇਦ ਮੈਨੂੰ ਉਸ ਮੁੰਡੇ ਦੀ ਬਦਦੁਆ ਲੱਗ ਗਈ। ਰੱਬ ਜਾਣੇ ਹੁਣ ਉਹ ਕਿਸ ਹਾਲ ਵਿੱਚ ਹੋਵੇਗਾ। ਮੈਂ ਚਾਹੁੰਦੀ ਹਾਂ ਕਿ ਉਹ ਮੈਨੂੰ ਇੱਕ ਵਾਰ ਮਿਲੇ ਅਤੇ ਮੈਂ ਉਸ ਤੋਂ ਮਾਫੀ ਮੰਗ ਲਵਾਂ। ਅਮਨ ਦੀ ਗੱਲ ਸੁਣ ਕੇ ਮੈਂ ਬਿਲਕੁਲ ਹੱਕਾ ਬੱਕਾ ਰਹਿ ਗਿਆ। ਅਮਨ ਇਸ ਕਦਰ ਤੇਜ਼ ਕੁੜੀ ਹੋਵੇਗੀ ਮੈਂ ਤਾਂ ਕਦੇ ਸੋਚ ਵੀ ਨਹੀਂ ਸਕਦਾ ਸੀ। ਸ਼ਕਲ ਸੂਰਤ ਤੋਂ ਤਾਂ ਉਹ ਬਿਲਕੁਲ ਹੀ ਮਾਸੂਮ ਲੱਗ ਰਹੀ ਸੀ। ਫਿਰ ਉਸ ਦੀ ਉਮਰ ਵੀ 20-21 ਸਾਲ ਦੀ ਹੀ ਹੋਵੇਗੀ। ਉਸ ਵਕਤ ਮੈਨੂੰ ਅਹਿਸਾਸ ਹੋਇਆ ਕਿ ਮਾਸੂਮੀਅਤ ਦਾ ਸੰਬੰਧ ਉਮਰ ਨਾਲ ਨਹੀਂ ਹੁੰਦਾ। ਮੈਂ ਕਈ ਔਰਤਾਂ ਅਜਿਹੀਆਂ ਵੀ ਵੇਖੀਆਂ ਹਨ ਜੋ 40 ਦੀ ਉਮਰ ਵਿੱਚ ਵੀ ਇੰਨੀ ਸੋਹਣੀ ਰਹਿੰਦੀ ਹਨ
ਜਿੰਨੀ ਕੋਈ 18 ਸਾਲ ਦੀ ਕੁੜੀ ਵੀ ਨਹੀਂ ਹੁੰਦੀ। ਪਰ ਆਪਣੀ ਪਤਨੀ ਦੇ ਜ਼ੁਬਾਨ ਤੋਂ ਉਸ ਦੀ ਕਹਾਣੀ ਸੁਣ ਕੇ ਮੇਰਾ ਦਿਲ ਬੁੱਝ ਗਿਆ। ਰਹੀ ਗੱਲ ਵਿਕਰਮ ਦੀ, ਤਾਂ ਉਸਨੇ ਮੈਨੂੰ ਦੱਸਿਆ ਕਿ ਉਹ ਵਿਕਰਮ ਤੋਂ ਰਿੰਕੂ ਦੇ ਬਾਰੇ ਪਤਾ ਲੈਂਦੀ ਰਹਿੰਦੀ ਹੈ, ਪਰ ਰਿੰਕੂ ਕਿੱਥੇ ਗਿਆ ਇਹ ਕੋਈ ਨਹੀਂ ਜਾਣਦਾ। ਵਿਕਰਮ ਦੇ ਭਰੋਸਾ ਦਿਵਾਉਣ ਤੇ ਮੈਂ ਅਮਨ ਦੀ ਗੱਲ ਮੰਨ ਗਿਆ, ਪਰ ਮੈਨੂੰ ਉਸ ਉੱਤੇ ਬਹੁਤ ਸ਼ੱਕ ਹੁੰਦਾ ਹੈ। ਮੈਂ ਉਸ ਉੱਤੇ ਪਹਿਲਾਂ ਦੀ ਤਰ੍ਹਾਂ ਕਦੇ ਇਤਬਾਰ ਨਹੀਂ ਕਰ ਪਾਇਆ ਅਤੇ ਰਾਤ ਨੂੰ ਮੈਂ ਉਸ ਦਾ ਚਿਹਰਾ ਵੀ ਨਹੀਂ ਦੇਖ ਪਾਉਂਦਾ ਤਾਂ ਅਜੀਬ ਜਿਹਾ ਅਧੂਰਾਪਨ ਮਹਿਸੂਸ ਹੁੰਦਾ ਹੈ। ਦਿਲ ਚਾਹੁੰਦਾ ਹੈ ਕਿ ਦੂਜਾ ਵਿਆਹ ਕਰ ਲਵਾਂ, ਪਰ ਫਿਰ ਅਮਨ ਦੀ ਹਾਲਤ ਵੇਖ ਕੇ ਸੋਚਦਾ ਹਾਂ ਕਿ ਇਸ ਸਭ ਵਿੱਚ ਉਸ ਦਾ ਕੀ ਕਸੂਰ ਹੈ। ਜੋ ਹੋਣਾ ਸੀ ਉਹ ਹੋ ਗਿਆ, ਪਰ ਹੁਣ ਅਮਨ ਨੇ ਆਪਣੀ ਜ਼ਿੰਦਗੀ ਬਦਲ ਦਿੱਤੀ ਹੈ। ਮੇਰੇ ਖਿਆਲ ਵਿੱਚ ਉਸ ਨੂੰ ਉਸ ਦੇ ਗੁਜ਼ਰੇ ਹੋਏ ਕੱਲ ਦੀ ਸਜ਼ਾ ਮਿਲ ਚੁੱਕੀ ਹੈ। ਦੋਸਤੋ, ਇਸ ਬਾਰੇ ਤੁਹਾਡੇ ਕੀ ਵਿਚਾਰ ਨੇ? ਆਪਣੇ ਕੀਮਤੀ ਵਿਚਾਰ ਜ਼ਰੂਰ ਕਮੈਂਟ ਕਰਨਾ।